BDC ਨਿਊਜ਼ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਸਿੱਖ ਕੌਮ ਦੀਆਂ ਲੰਘੇ ਹਫ਼ਤੇ ਦੀਆਂ ਕੁਝ ਖਾਸ ਧਾਰਮਿਕ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹਾਂ। ਇਹਨਾਂ ਗਤੀਵਿਧੀਆਂ ਦੇ ਵਿੱਚ ਖਾਸ ਤੌਰ ਤੇ ਅਸੀਂ ਸਿੱਖ ਮਸਲੇ, ਇਤਿਹਾਸਿਕ ਦਿਹਾੜੇ ਤੇ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀਆਂ ਧਾਰਮਿਕ ਸਰਗਰਮੀਆਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ, ਉਸ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। ਨਾਨਕ ਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਪੰਥ ਦੇ ਵਿੱਚ ਪਈ ਦੁਵਿਧਾ ਦਾ ਹੱਲ ਕੱਢਣ ਦੇ ਲਈ ਭਾਵੇਂ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਪਰ ਇਸ ਕਮੇਟੀ ਦੀ ਰਿਪੋਰਟ ਆਉਣ ਤੇ ਨਵੇਂ ਕੈਲੰਡਰ ਦੇ ਜਾਰੀ ਹੋਣ ਦੇ ਵਿਚਕਾਰ ਦੇ 1 ਸਾਲ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖਤ ਵੱਲੋਂ ਇੱਕ ਵਿੱਚ ਦਾ ਰਸਤਾ ਅਖਤਿਆਰ ਕਰਦਿਆਂ ਹੋਇਆਂ ਇਤਿਹਾਸਿਕ ਸਰੋਤ ਤੇ ਗੁਰਬਾਣੀ ਦੇ ਮੁਤਾਬਿਕ ਇੱਕ ਕੈਲੰਡਰ ਸੰਵਤ 547 ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਤੋਂ ਜਾਰੀ ਕਰ ਦਿੱਤਾ ਗਿਆ। ਪਰ ਜਦੋਂ ਨਵੇਂ ਕੈਲੰਡਰ ਦਾ ਬੀਤੇ 1 ਸਾਲ ਦੇ ਨਾਨਕ ਸ਼ਾਹੀ ਤੇ ਵਿਕਰਮੀ ਸੰਵਤ ਦੇ ਕੈਲੰਡਰ ਦੇ ਨਾਲ ਮਿਲਾਨ ਕੀਤਾ ਗਿਆ ਤਾਂ ਪਤਾ ਇਹ ਚੱਲਿਆ ਕਿ 1 ਸਾਲ ਦੇ ਲਈ ਤਿਆਰ ਕੀਤੇ ਗਏ ਇਸ ਕੈਲੰਡਰ ਨੂੰ ਵਿਕਰਮੀ ਸੰਵਤ ਤੇ ਸੰਸ਼ੋਧਿਤ ਨਾਨਕ ਸ਼ਾਹੀ ਕੈਲੰਡਰ ਦਾ ਮਿਲਾਨ ਕਰਕੇ ਤੀਜਾ ਕੈਲੰਡਰ ਜਾਰੀ ਕੀਤਾ ਗਿਆ। ਹੁਣ ਇਸ ਨੂੰ ਸੰਗਤ ਦੇ ਵਿੱਚ ਵੰਡਿਆ ਜਾਏਗਾ। ਬਲਕਿ ਜਥੇਦਾਰ ਅਕਾਲ ਤਖਤ ਨੇ ਸਮੂਹ ਸਿੱਖ ਸੰਗਤ ਨੂੰ ਸਨੇਹਪੂਰਵਕ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਐਸੇ ਸੰਵਤ ਦੇ ਮੁਤਾਬਿਕ ਗੁਰਦਿਹਾੜੇ ਤੇ ਹੋਰ ਦਿਨ ਮਨਾਏ ਜਾਣ। ਨਵੇਂ ਜਾਰੀ ਕੀਤੇ ਗਏ ਕੈਲੰਡਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇੱਕ ਹੀ ਦਿਨ 25 ਨਵੰਬਰ ਨੂੰ ਰੱਖਿਆ ਗਿਆ, ਜੋ ਬੀਤੇ ਸਾਲ ਦੇ ਮੂਲ ਕੈਲੰਡਰ ਤੇ ਸੰਸ਼ੋਧਿਤ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਹੀ ਹੈ। ਇਸ ਤੋਂ ਇਲਾਵਾ ਦੂਜੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਇਸ ਸਾਲ 3 ਮਈ ਨੂੰ ਆਇਆ, ਜਦਕਿ ਪਿਛਲੇ ਸਾਲ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ 18 ਅਪ੍ਰੈਲ ਤੇ ਵਿਕਰਮੀ ਕੈਲੰਡਰ ਦੇ ਵਿੱਚ 19 ਅਪ੍ਰੈਲ ਨੂੰ ਆਇਆ ਸੀ। ਇਸੇ ਤਰ੍ਹਾਂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਇਸ ਸਾਲ 11 ਮਈ ਨੂੰ ਰੱਖਿਆ ਗਿਆ, ਜਦਕਿ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ 23 ਮਈ ਤੇ ਵਿਕਰਮੀ ਕੈਲੰਡਰ ਦੇ ਵਿੱਚ 3 ਮਈ ਨੂੰ ਆਇਆ ਸੀ। ਇਸ ਸਾਲ ਜਾਰੀ ਕੀਤੇ ਗਏ ਕੈਲੰਡਰ ਦੇ ਵਿੱਚ ਇੱਕ ਤਬਦੀਲੀ ਜ਼ਰੂਰ ਕੀਤੀ ਗਈ ਹੈ, ਜਿਸ ਮੁਤਾਬਿਕ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ ਪਹਿਲਾਂ 1 ਜੂਨ ਨੂੰ ਸੀ, ਉਹ ਇਸ ਵਾਰ 22 ਮਈ ਨੂੰ ਰੱਖਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਹਾੜਾ ਜੋ ਪਹਿਲਾਂ 11 ਜੂਨ ਨੂੰ ਸੀ, ਉਹ ਇਸ ਸਾਲ 11 ਮਈ ਨੂੰ ਕਰ ਦਿੱਤਾ ਗਿਆ। ਐਨਾ ਹੀ ਨਹੀਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਜਿੱਥੇ 1 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਰਿਹਾ ਹੈ, ਉਸੇ ਤਾਰੀਖ ਇਸ ਸਾਲ ਬਦਲ ਕੇ 14 ਸਤੰਬਰ ਕਰ ਦਿੱਤੀ ਗਈ ਹੈ। ਉਧਰ ਜਦ ਕੈਲੰਡਰ ਨੂੰ ਰਿਲੀਜ਼ ਕਰਨ ਤੋਂ ਬਾਅਦ ਜਥੇਦਾਰ ਅਕਾਲ ਤਖਤ ਤੋਂ ਇਸ ਕੈਲੰਡਰ ਦੇ ਬਾਰੇ ਦੇ ਵਿੱਚ ਸਪਸ਼ਟ ਕਰਨ ਦੇ ਲਈ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਨਾਨਕ ਸ਼ਾਹੀ ਕੈਲੰਡਰ ਹੈ ਜਿਸ ਨੂੰ ਗੁਰਬਾਣੀ ਤੇ ਇਤਿਹਾਸਿਕ ਸਰੋਤਾਂ ਦੇ ਮੁਤਾਬਿਕ ਤਿਆਰ ਕੀਤਾ ਗਿਆ। ਐਨਾ ਹੀ ਨਹੀਂ, ਉਹਨਾਂ ਸਮੂਹ ਸਿੱਖ ਸੰਗਤ ਨੂੰ ਪਿਆਰ ਭਰੇ ਹੁਕਮ ਦੇ ਵਿੱਚ ਕਿਹਾ ਕਿ ਉਹ ਇਸ ਸਾਲ ਤਿਆਰ ਕੀਤੇ ਗਏ ਕੈਲੰਡਰ ਦੇ ਮੁਤਾਬਿਕ ਹੀ ਗੁਰੂ ਦਿਹਾੜੇ ਤੇ ਹੋਰ ਦਿਹਾੜੇ ਮਨਾਉਣ। ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਗੁਰਬਾਣੀ ਗੁਰ ਇਤਿਹਾਸ ਨੂੰ ਧਿਆਨ ਵਿੱਚ ਰੱਖ ਕੇ ਜਿਹੜੀਆਂ ਤਰੀਕਾਂ ਨੇ ਉਹ ਕੱਢ ਕੇ ਕੈਲੰਡਰ ਛਾਪਿਆ ਗਿਆ ਹੈ। ਸੰਗਤਾਂ ਕਿਸੇ ਪ੍ਰਕਾਰ ਕੋਈ ਭਰਮ ਭੁਲੇਖੇ ਵਿੱਚ ਨਾ ਰਹਿਣ। ਇਹ ਕੇਵਲ 1 ਸਾਲ ਦੇ ਵਾਸਤੇ ਹੀ ਕੈਲੰਡਰ ਤਿਆਰ ਕੀਤਾ ਗਿਆ। ਉਹ ਸੰਗਤਾਂ ਨੇ ਗੁਰਪੁਰਬ ਦਿਨ ਦਿਹਾੜੇ ਆਪਣੇ ਜੋ ਪਰਿਵਾਰਕ ਸਮਾਗਮ ਨੇ ਉਹਨਾਂ ਨੂੰ ਮਨਾਉਣ ਵਾਸਤੇ ਕੇਵਲ ਕੈਲੰਡਰ ਤੋਂ ਤਰੀਕਾਂ ਦੀ ਸੇਧ ਲੈਣੀ ਹੈ। ਇਹ ਕੇਵਲ 547 ਦੇ ਵਾਸਤੇ ਕੈਲੰਡਰ ਹੈ। ਅਗਲਾ ਕੈਲੰਡਰ ਜੋ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਪੱਕੇ ਤੌਰ ਦੇ ਉੱਤੇ ਹੀ ਹੱਲ ਕੱਢਿਆ ਜਾਵੇਗਾ। ਸਮੁੱਚੀ ਸਿੱਖ ਸੰਗਤ ਨੂੰ, ਆਲ ਵੱਲ ਦੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਉਹਨਾਂ ਸਮੇਂ ਤੱਕ ਇਸ ਕੈਲੰਡਰ ਦੇ ਅਨੁਸਾਰ ਆਪਣੇ ਦਿਨ ਦਿਹਾੜੇ ਮਨਾਉਣ ਔਰ ਹੱਲ ਦੇ ਵਾਸਤੇ ਕਮੇਟੀ ਦਾ ਪੱਕਾ ਸਹਿਯੋਗ ਦੇਣ ਤਾਂ ਕਿ ਅਸੀਂ ਇਹ ਪੱਕਾ ਨਿਰਣਾ ਲੈ ਸਕੀਏ। ਉਧਰ ਨਾਨਕ ਸ਼ਾਹੀ ਸੰਵਤ 547 ਦੀ ਆਮਦ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਹਿਜ ਘਰ ਪਾਇਆ, ਸਹਿਜ ਘਰ ਪਾਇਆ। ਦੇਰ ਰਾਤ ਤੱਕ ਚਲੇ ਇਸ ਸਮਾਗਮ ਦੇ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ, ਕਥਾਵਾਚਕਾਂ, ਢਾਡੀਆਂ ਨੇ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰ ਦਿੱਤਾ।
ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਪੁਰਾਣੇ ਸੰਵਤ ਦੇ ਖਤਮ ਹੋਣ ਅਤੇ ਨਵੇਂ ਸੰਵਤ ਦੇ ਸ਼ੁਰੂ ਹੋਣ ਦੀ ਰਾਤ ਵਿੱਚ ਇਹ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਜਿਸ 'ਚ ਵੱਡੀ ਗਿਣਤੀ 'ਚ ਜਿੱਥੇ ਸ਼ਰਧਾਲੂਆਂ ਨੇ ਹਾਜ਼ਰੀ ਭਰ ਗੁਰੂ ਦਾ ਆਸ਼ੀਰਵਾਦ ਲਿਆ, ਉੱਥੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਵੀ ਨਵੇਂ ਸਾਲ ਦੀ ਆਮਦ ਤੇ ਧਾਰਮਿਕ ਦੀਵਾਨ ਵਿੱਚ ਸ਼ਾਮਿਲ ਹੋ ਕੇ ਖੁਦ ਨੂੰ ਵਡਭਾਗਾ ਮਹਿਸੂਸ ਕੀਤਾ। ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਲਾਲ ਜਵੇ ਹਰ ਹਰੇ ਪੰਡਾ ਲਾਲ ਜਵੇ ਹਰ ਹਰੇ ਪੰਡਾ ਟੋਟ ਨਾ ਆਵੇ ਜਪ ਨਿਰੰਕਾਰ ਟੋਟ ਨਾ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਲਾਲ ਜਵੇ ਹਰ ਹਰੇ ਪੰਡਾ ਲਾਲ ਜਵੇ ਹਰ ਹਰੇ ਪੰਡਾ ਟੋਟ ਨਾ ਆਵੇ ਜਪ ਨਿਰੰਕਾਰ ਟੋਟ ਨਾ ਆਵੇ ਜਪ ਨਿਰੰਕਾਰ ਜਪ ਨਿਰੰਕਾਰ ਜਪ ਨਿਰੰਕਾਰ ਜਪ ਨਿਰੰਕਾਰ ਜਪ ਨਿਰੰਕਾਰ ਟੋਟ ਨਾ ਆਵੇ ਜਪ ਨਿਰੰਕਾਰ ਟੋਟ ਨਾ ਆਵੇ ਜਪ ਨਿਰੰਕਾਰ ਟੋਟ ਨਾ ਆਵੇ ਜਪ ਨਿਰੰਕਾਰ ਵਾਹਿਗੁਰੂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੇ ਸਹਿਯੋਗ ਸਦਕਾ ਸਿੱਖ ਕੌਮ ਦੇ ਮਹਾਨ ਵਿਦਵਾਨ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਦਮ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ। ਇਸ ਮੌਕੇ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨਾ ਤੇ ਨੌਜਵਾਨਾਂ ਵੱਲ ਨਸ਼ਿਆਂ ਦਾ ਤਿਆਗ ਕਰਕੇ ਬਾਣੀ ਬਾਣੇ ਦਾ ਧਾਰਨੀ ਬਣਾਉਣਾ ਉਹਨਾਂ ਦਾ ਮੁੱਖ ਮੰਤਵ ਹੈ। ਸਾਲਾ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ ਨੂੰ ਸਮਰਪਿਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਮਿਹਰ ਨਾਲ ਲੱਖਾਂ ਸੰਗਤਾਂ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ। ਇਹਦਾ ਮੇਨ ਮੰਤਵ ਨੌਜਵਾਨ ਜਿਹੜੇ ਪਤਿਤ ਪੁਣੇ ਵਿੱਚ ਪਏ ਆ, ਨਸ਼ਿਆਂ ਵੱਲ ਪੈ ਰਹੇ ਆ, ਮੁੜ ਕੇ ਸਿੱਖੀ ਵੱਲ ਆਉਣ, ਬਾਣੀ ਬਾਣੇ ਦੇ ਧਾਰਨੀ ਹੋਣ। ਸੋ ਜਿੰਨੀਆਂ ਸੰਗਤਾਂ ਸੁਣ ਰਹੀਆਂ ਨੇ ਸਭ ਨੂੰ ਬੇਨਤੀ ਹੈ ਕਿ ਅਨੰਦਪੁਰ ਦੇ ਵਾਸੀ ਬਣੀਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣੇ ਧਰਮ ਦਾ ਪਿਤਾ ਬਣਾਈਏ, ਨਸ਼ਿਆਂ ਦਾ ਤਿਆਗ ਕਰੀਏ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਏ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਫੁੱਲਾਂ ਦੀ ਵਰਖਾ ਕਰ ਰਹੀ ਸੀ ਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਦੇ ਇਹ ਸੰਗਤਾਂ ਚਲੀ ਜਾ ਰਹੀਆਂ ਸਨ। ਨਗਰ ਕੀਰਤਨ ਵਿੱਚ ਸੰਗਤਾਂ ਵੱਖ-ਵੱਖ ਵਾਹਨਾਂ ਵਿੱਚ ਸ਼ਾਮਿਲ ਹੋ ਕੇ ਨਗਰ ਕੀਰਤਨ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀਆਂ ਸਨ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਾਰਸ਼ਲ ਆਰਟ ਗੱਤਕੇ ਦੇ ਦਿਲਕਸ਼ ਜੌਹਰ ਵੀ ਵਿਖਾਏ ਜਾ ਰਹੇ ਸਨ। ਸਿੰਘ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਝੋਲੀ ਵਿੱਚ ਇੱਕ ਮਹਾਨ ਸਿਧਾਂਤ, ਇੱਕ ਮਹਾਨ ਪਰੰਪਰਾਵਾਂ
ਅਤੇ ਮਰਿਆਦਾ ਖਾਲਸਾ ਪੰਥ ਦੀ ਅੱਡਰੀ ਤੇ ਨਿਆਰੀ ਹਸਤੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਝੋਲੀ ਵਿੱਚ ਪਾਈ ਤੇ ਉਸ ਮਹਾਨ ਪਵਿੱਤਰ ਅਸਥਾਨ ਦਾ 350ਵਾਂ ਜਿਹੜਾ ਸਥਾਪਨਾ ਦਿਨ ਹੈ ਉਹ ਮਨਾਉਣ ਲਈ ਸਮੁੱਚਾ ਖਾਲਸਾ ਪੰਥ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਬੀੜਾਂ ਘੱਤ ਰਿਹਾ। ਥੋੜੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਜਥੇਦਾਰ ਅਵਤਾਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਹੋਏ ਮਤੇ ਅਨੁਸਾਰ ਜਥੇਦਾਰ ਕਰਤਾਰ ਸਿੰਘ ਜੀ ਟੱਕਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ 1960 ਤੋਂ ਲੈ ਕੇ 1996 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਂਬਰ ਵਜੋਂ, ਅੰਤਰਿਮ ਕਮੇਟੀ ਦੇ ਮੈਂਬਰ ਵਜੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੱਲੋਂ ਬੇਅੰਤ ਸੇਵਾਵਾਂ ਨਿਭਾਈਆਂ, ਉਹਨਾਂ ਦੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰਕੇ ਮਾਣ ਮਹਿਸੂਸ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਅਨੁਸਾਰ ਜਿਨ੍ਹਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਸੰਸਥਾ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ, ਸੇਵਾਵਾਂ ਕੀਤੀਆਂ, ਉਹਨਾਂ ਨੂੰ ਮਾਣ ਸਤਿਕਾਰ ਦਿੰਦੀ ਰਹੀ ਹੈ। ਉਸੇ ਮਤਹਿਤ ਹੀ ਜਥੇਦਾਰ ਕਰਤਾਰ ਸਿੰਘ ਜੀ ਟੱਕਰ ਉਹਨਾਂ ਦੀ ਤਸਵੀਰ ਜਿਹੜੀ ਹੈ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਦੇਸ਼, ਕੌਮ, ਧਰਮ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨਾਲ ਮਹਾਨ ਸੇਵਾਵਾਂ ਵਿੱਚ ਹਿੱਸਾ ਲੈਣਗੇ, ਉਹਨਾਂ ਨੂੰ ਵੀ ਸ਼੍ਰੋਮਣੀ ਕਮੇਟੀ ਜਿਹੜੀ ਉਹ ਮਾਣ ਸਤਿਕਾਰ ਦੇਵੇਗੀ। ਐਸੇ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਥੇਦਾਰ ਕਰਤਾਰ ਸਿੰਘ ਟੱਕਰ ਦੀ ਧਰਮ ਪਤਨੀ ਬੀਬੀ ਗੁਰਨਾਮ ਕੌਰ, ਪੁੱਤਰ ਚਰਨਜੀਤ ਸਿੰਘ ਟੱਕਰ, ਧੀ ਬੀਬੀ ਸੁਰਿੰਦਰ ਕੌਰ ਤੇ ਬੀਬੀ ਜਸਪਾਲ ਕੌਰ ਤੇ ਜਥੇਦਾਰ ਕਰਤਾਰ ਸਿੰਘ ਟੱਕਰ ਦੇ ਭਰਾ ਜਥੇਦਾਰ ਠਾਕੁਰ ਸਿੰਘ ਤੇ ਗਿਆਨ ਸਿੰਘ ਨੂੰ ਗੁਰੂ ਘਰੋਂ ਸਰੋਪੇ ਦੀ ਬਖਸ਼ਿਸ਼ ਕੀਤੀ। ਮੈਂ ਕੋਟ-ਕੋਟ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਦਾ, ਜਿਨ੍ਹਾਂ ਨੇ ਇਹ ਵਡਿਆਈ ਸਾਨੂੰ ਪਰਿਵਾਰ ਨੂੰ ਬਖਸ਼ੀ। ਪਿਤਾ ਜੀ ਦੀ ਜੋ ਤਸਵੀਰ ਕੇਂਦਰੀ ਅਜਾਇਬ ਘਰ ਵਿੱਚ ਲਗਾਈ ਗਈ ਹੈ, ਉਸ ਲਈ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਪਰਿਵਾਰ ਵੱਲੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਸਪੋਰਟਸ, ਸਿਹਤ ਤੇ ਸਪੋਰਟਸ ਇਕਨੋਮਿਕਸ ਵਿਸ਼ੇ ਤੇ 2 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਦਾ ਪਹਿਲਾ ਦਿਨ ਦਾ ਉਦਘਾਟਨ ਪੰਜਾਬ ਦੇ ਖਜ਼ਾਨਾ ਤੇ ਪਲੈਨਿੰਗ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ ਤੇ ਸਮਾਪਤੀ ਸਮਾਰੋਹ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੁੰਦੜ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਰਾਜ ਸਭਾ ਦੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਵੀ ਖਾਸ ਤੌਰ ਤੇ ਇਸ ਮੌਕੇ ਦੇ ਵਿੱਚ ਸ਼ਾਮਿਲ ਹੋਏ। ਪੰਜਾਬ ਦੇ ਖਜ਼ਾਨਾ ਤੇ ਪਲੈਨਿੰਗ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਖੇਡਾਂ ਸਿਹਤ ਨਾਲ ਜੁੜੀਆਂ ਹੋਈਆਂ ਅਨਮੋਲ ਖਜ਼ਾਨਾ ਨੇ ਤੇ ਅੱਜ ਜਿੱਥੇ ਖੇਡਾਂ ਸਿਹਤ ਨੂੰ ਤੰਦਰੁਸਤ ਰੱਖਦੀਆਂ ਨੇ, ਉੱਥੇ ਰੋਜ਼ਗਾਰ ਦਾ ਸਾਧਨ ਵੀ ਬਣੀਆਂ ਹੋਈਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਪ੍ਰਬੰਧਿਤ 2 ਰੋਜ਼ਾ ਅੰਤਰਰਾਸ਼ਟਰੀ ਸਪੋਰਟਸ ਕਾਨਫਰੰਸ ਟੈਕਨੀਕਲ ਸੈਸ਼ਨਾਂ ਦੌਰਾਨ 200 ਦੇ ਕਰੀਬ ਪਰਚੇ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਵੱਲੋਂ ਪੜ੍ਹੇ ਗਏ ਤੇ ਵਿਦਵਾਨ ਅੰਤਰਰਾਸ਼ਟਰੀ ਪੱਧਰ ਤੇ ਵੱਖੋ-ਵੱਖਰੇ ਅਦਾਰਿਆਂ ਤੋਂ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਗੁਰਮੋਹਨ ਸਿੰਘ ਵਾਲੀਆ ਨੇ ਕਿਹਾ ਕਿ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਏ ਵਿਦਵਾਨਾਂ ਵੱਲੋਂ ਪੇਸ਼ ਕੀਤੇ ਗਏ ਪਰਚਿਆਂ ਵਿੱਚੋਂ ਚੋਣ ਕਰਕੇ ਇੱਕ ਖਾਸ ਕਿਤਾਬਚਾ ਤਿਆਰ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਵੰਡਿਆ ਜਾਏਗਾ। ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ 2 ਰੋਜ਼ਾ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਔਰ ਇਸ ਕਾਨਫਰੰਸ ਦਾ ਵਿਸ਼ਾ ਸਪੋਰਟਸ, ਹੈਲਥ ਐਂਡ ਸਪੋਰਟਸ ਇਕਨੋਮਿਕਸ ਮਿਥਿਆ ਗਿਆ ਸੀ। ਇਸ ਦਾ ਉਦਘਾਟਨ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਫਾਈਨੈਂਸ ਐਂਡ ਪਲੈਨਿੰਗ ਮਿਨਿਸਟਰ ਪੰਜਾਬ ਜੀ ਨੇ ਕੀਤਾ ਸੀ ਔਰ ਇਸ ਦੇ ਵੈਲੀਡਿਕਟਰੀ ਫੰਕਸ਼ਨ ਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਮੈਂਬਰ ਰਾਜ ਸਭਾ ਮੁੱਖ ਮਹਿਮਾਨ ਸਨ ਔਰ ਸਰਦਾਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਮਾਈਨੋਰਟੀ ਕਮਿਸ਼ਨ ਆਫ ਇੰਡੀਆ, ਸਾਬਕਾ ਮੈਂਬਰ ਰਾਜ ਸਭਾ, ਸਾਡੇ
ਗੈਸਟ ਆਫ ਆਨਰ ਸਨ। ਇਸ ਕਾਨਫਰੰਸ ਵਿੱਚ ਹਿੰਦੁਸਤਾਨ ਦੇ ਅਲੱਗ-ਅਲੱਗ ਪ੍ਰਾਂਤਾਂ ਤੋਂ ਤਕਰੀਬਨ 200 ਡੈਲੀਗੇਟਸ ਨੇ ਭਾਗ ਲਿਆ ਔਰ ਇਹ ਕਾਨਫਰੰਸ ਦੇ ਵਿੱਚ ਤਕਰੀਬਨ 150 ਖੋਜ ਪੱਤਰ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ, ਜਿਹੜੇ ਕਿ ਸਪੋਰਟਸ ਨਾਲ ਸੰਬੰਧਿਤ ਅਲੱਗ-ਅਲੱਗ ਪੱਖਾਂ ਨੂੰ, ਅਲੱਗ-ਅਲੱਗ ਡਾਇਮੈਂਸ਼ਨਸ ਨੂੰ ਉਹਨਾਂ ਬਾਰੇ ਵਿਚਾਰ ਚਰਚਾ ਹੋਈ ਹੈ। ਸਾਡੇ ਕੋਲ ਪੇਪਰ ਆਏ ਨੇ, ਉਹਨਾਂ ਨੂੰ ਅਸੀਂ ਛਾਂਟ ਕੇ ਉਹਨਾਂ ਜਿਹੜੇ ਅੱਛੇ ਪੇਪਰ ਨੇ ਉਹਨਾਂ ਨੂੰ ਅਸੀਂ ਬੁੱਕ ਦੀ ਫਾਰਮ ਵਿੱਚ, ਕਿਤਾਬ ਦੇ ਰੂਪ ਵਿੱਚ ਉਹ ਪਬਲਿਸ਼ ਕਰਾਂਗੇ। ਇਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੇ ਯੂਨੀਵਰਸਿਟੀ ਵੱਲੋਂ ਆਰੰਭੇ ਗਏ ਇਸ ਉਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਡਾਂ ਆਪਣੇ ਆਪ ਵਿੱਚ ਇੱਕ ਵੱਖਰਾ ਤੇ ਅਹਿਮ ਸਥਾਨ ਰੱਖਦੀਆਂ ਨੇ। ਬਹੁਤ ਅੱਛਾ ਉਪਰਾਲਾ ਹੈ। ਮੈਂ ਵਾਈਸ ਚਾਂਸਲਰ ਸਾਹਿਬ ਨੂੰ ਤੇ ਇਹਨਾਂ ਦੇ ਸਟਾਫ ਨੂੰ ਵਧਾਈ ਦਿੰਦਾ। ਸਾਰੇ ਹਿੰਦੁਸਤਾਨ ਚੋਂ ਡੈਲੀਗੇਟ ਆਏ ਹੈ ਔਰ ਸਾਡੇ ਡੈਲੀਗੇਟਾਂ ਨੂੰ ਜਾਂ ਸਾਡੇ ਜੋ ਸਪੋਰਟਸ ਦੇ ਬੱਚੇ ਹੈ ਜਾਂ ਜੋ ਕੋਚ ਵਗੈਰਾ ਹੈ ਉਹਨਾਂ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਇਹਨਾਂ ਨਾਲ ਹਰ ਗੱਲ ਦਾ ਆਪਣੀ ਸਾਂਝ ਕੀਤੀ ਹੈ। ਸੋ ਇਹ 2 ਦਿਨ ਦਾ ਜਿਹੜਾ ਸੈਸ਼ਨ ਸੀ ਮੇਰੀ ਸਮਝ 'ਚ ਸਪੋਰਟਸ ਵਾਸਤੇ ਬਹੁਤ ਲਾਹੇਵੰਦ ਹੈ ਔਰ ਇਹਦੇ ਨਾਲ ਸਪੋਰਟਸ ਨੂੰ ਵਧਾਵਾ ਮਿਲੇਗਾ। ਦੁਨੀਆ ਵਿੱਚ ਸਪੋਰਟਸ ਬਾਰੇ ਇੰਨੀ ਐਕਟੀਵਿਟੀ ਵੱਧ ਚੁੱਕੀ ਹੈ ਕਿ ਜਿੱਧਰ ਜਾਓ ਸਟੇਡੀਅਮਾਂ ਦੀ ਭਰਮਾਰ, ਹਰ ਪਾਸੇ ਸਪੋਰਟਸ ਹੋ ਰਿਹਾ ਔਰ ਇਹ ਜਿਹੜਾ ਸੈਮੀਨਾਰ ਹੈ ਕਿਉਂਕਿ ਇਹਦੇ 'ਚ ਬਹੁਤ ਅੱਛੇ ਵਿਦਵਾਨ ਬਾਕੀ ਯੂਨੀਵਰਸਿਟੀਆਂ 'ਚੋਂ ਹੀ ਬੁਲਾਏ ਨੇ ਅਤੇ ਸਾਡੇ VC ਵਾਲੀਆ ਸਾਹਿਬ ਨੇ ਬੜੀ ਇਹ ਮੈਂ ਸਮਝਦਾ ਸਿਆਣਪ ਕੀਤੀ ਹੈ ਕਿ ਆਪਣੀ ਯੂਨੀਵਰਸਿਟੀ 'ਚ ਕਿਉਂਕਿ ਪੰਜਾਬ ਖੇਡਾਂ ਦਾ ਕਰ ਰਿਹਾ। ਐਕਚੁਅਲੀ ਪੰਜਾਬ ਨਰਸਰੀ ਸੀ ਖੇਡਾਂ ਦਾ। ਪਹਿਲਾ ਇੰਡੀਆ ਦਾ ਐਥਲੀਟ ਪੰਜਾਬੀ ਸੀ ਬ੍ਰਿਗੇਡੀਅਰ ਦਲੀਪ ਸਿੰਘ, ਜਿਹੜਾ 1929 'ਚ ਗਿਆ ਅਤੇ ਓਲੰਪਿਕ ਕਮੇਟੀ ਵੀ ਪਟਿਆਲਾ ਘਰ 'ਚ ਬੈਠ ਕੇ ਬਣੀ, ਉਹ ਵੀ ਪਹਿਲੀ ਵਾਰ ਓਲੰਪਿਕ ਪਟਿਆਲੇ ਬਣੀ। ਸੋ ਪੰਜਾਬ ਸਾਰੀ ਟੀਮਾਂ 'ਚ ਹਮੇਸ਼ਾ ਅੱਗੇ ਰਿਹਾ। ਸੋ ਇਹ ਸੈਮੀਨਾਰ ਇੱਥੇ ਕਰਾਉਣਾ ਬਹੁਤ ਵੱਡੀ ਗੱਲ ਹੈ। ਕਵੀ ਦੀ ਕਲਮ ਨੇ ਕਿੰਨੀ ਸੋਹਣੀ ਦਾਸਤਾਨ ਲਿਖੀ ਹੈ। घर कोई तीर्थ है हिंद में यात्रा के लिए, जहाँ कटाए बेटे बाप ने खुदा के लिए। तो मैं बेनती करनी चाहना है कि दास्तान, ये इतिहास, ये मंजिल जी सतगुरु गुरु गोबिंद सिंह महाराज जी ने 42 साल की उम्र में तय की है, असी वो सिख अखवाउण वाले जे अपने बच्चों के उस मंजिल का पांधी बना सकीए, सिक्खी की स्पिरिट पैदा कर सकीए, सिक्खी स्वरूप में लिया सकीए और सिख भावनावां जागृत कर सकीए। तो धन धन सतगुरु गुरु ग्रंथ साहब जी महाराज में अपना विश्वास, भरोसा, सिदक ते साधना, आराधना जिहड़ी है वो गुरु ग्रंथ साहब महाराज जी ने सन्मुख कर सकीए। तो मैं समझदा हाँ कि साडी सारिਆਂ ਨੂੰ बहुत ਵੱਡੀ प्राप्ति है। इस कवि दरबार विच नामवार कवियों ने शमूलियत करके आपो अपने कलाम पेश किए। अर्ज कर रहा सी सारी रात ज्ञानी जी जालिम ने छोटे साहिबजादियां नूं तसीहे दे के ਇਹ ਸੋਚਿਆ ਕਿ ਇਹ ਮੇਰੇ ਅੱਗੇ ਝੁਕ ਜਾਣਗੇ। ਉਹਦੇ ਜਿਹੜੇ ਦਰਬਾਰੀ ਸਨ, ਮੁਸ਼ੀਰ ਸਨ, ਉਹਨਾਂ ਨੇ ਮਸ਼ਵਰਾ ਦਿੱਤਾ ਕਿ ਵਜ਼ੀਰ ਸਾਹਿਬ, ਇਸ हुकूमत के सूबेदार साहब, इस इलाके के सूबेदार साहब, ये तुहाडे अगे एक तरीके नाल झुक सकते हैं। उन्हें कहा कहो किवें कि जदों ना रात कट के सवेर नूं ये मां गुजरी दे लाल दरबार दे विच आण ते इन्हां नूं छोटे दरवाजे विच दी ले आंदा जाए। क्यों छोटे दरवाजे विच दी लैके आंदा जाए कि जदों बंदा छोटे तंग दरवाजे विच दी लंघदा है ना ते पहला सिर झुक जाता है, फिर अगे लंघदा है। ਅਸੀਂ ਕਹਿ ਦਿਆਂਗੇ ਸਾਹਿਬਜ਼ਾਦਿਆਂ ਦੇ ਤੋਬਾ ਨੌਜ਼ ਬਿਲਾ ਸੀਸ ਝੁਕ ਗਏ। ਨਹੀਂ ਸਾਧ ਸੰਗਤ ਉਸ ਕੰਮ ਨੂੰ ਗਿਆਨ ਜੀ ਇਹ ਨਹੀਂ ਪਤਾ ਸੀ ਪਾਲ ਸਾਹਿਬ के खुदा परस्त कभी दिल में डर नहीं रखते, खुदा परस्त कभी दिल में डर नहीं रखते और झुके जो जुल्म के आगे। अल्लाह यार खान जोगी जी जिन्हां दा जन्म मुसलमान घराने च होया पर धन गुरु गोबिंद सिंह सच्चे पातशाह महाराज जी प्रति जो अकीदत, जो शरधा उन्होंने प्रगट की,
ਉਹਨਾਂ ਦੇ ਸੱਚ ਦੇ ਪੁਜਾਰੀ ਹੋਣ ਦਾ ਉਹ ਬੜਾ ਉੱਤਮ ਨਮੂਨਾ ਹੈ। ਖੁਦਾ ਪ੍ਰਸਤ ਸੱਚੇ ਮੁਸਲਮਾਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਸ਼ਹਾਦਤ ਨੂੰ ਬਾਖੂਬੀ ਬਿਆਨ ਕੀਤਾ। ਸਾਕਾ ਸਰਹੰਦ ਤੇ ਸਾਕਾ ਚਮਕੌਰ ਗੰਜੇ ਸ਼ਹੀਦਾਂ ਤੇ ਸ਼ਹੀਦਾਨੇ ਵਫਾ ਦੇ ਰੂਪ ਵਿੱਚ। ਸੋ ਸ਼ਹੀਦਾਨੇ ਵਫਾ ਜੋ ਪੁਸਤਕ ਹੈ ਸਾਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਉਹ 1915 ਵਿੱਚ ਸੰਪੂਰਨ ਹੋਇਆ ਸੀ। ਅੱਜ 2015 ਦਾ ਵਰ੍ਹਾ ਉਸ ਲਿਖਤ ਦੇ 100ਵੇਂ ਵਰ੍ਹੇ ਵਜੋਂ ਮਨਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਜਾਗ ਅਗਵਾਈ ਹੇਠ ਨੌਜਵਾਨ ਸੇਵਕ ਸੁਸਾਇਟੀ ਬਸੀ ਪਠਾਣਾ ਵੱਲੋਂ ਇਸ ਪ੍ਰਤੀ ਬਹੁਤ ਸੁਚਾਰੂ ਉਦਮ ਜਿਹੜੇ ਆ ਉਹ ਰੰਭੇ ਗਏ ਨੇ। ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਕੋਈ ਵੀ ਵਿਚਾਰ, ਕੋਈ ਵੀ ਸੁਝਾਅ ਇਸ ਪ੍ਰੋਗਰਾਮ ਸੰਬੰਧੀ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਅਗਲੇ ਹਫਤੇ ਖਾਸ ਪ੍ਰੋਗਰਾਮ ਸਿੱਖ ਸਰਗਰਮੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।